ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਣ ਤੁਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਕੀਮਤੀ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਪਿਆਰ ਦੇ ਨਾਲ ਗੁਰੂ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਇਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਰਾਗ ਸੂਹੀ ਦੇ ਵਿੱਚ 761 ਅੰਗ ਤੋਂ ਆਰੰਭ ਹੋ ਕੇ 762 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਇਸ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸਿਮਰਤ, ਵੇਦ, ਪੁਰਾਣ ਤੇ ਪੋਥੀ ਸਾਹਿਬ, ਉਹਨਾਂ ਦੇ ਵਿੱਚ ਜੋ ਲਿਖਿਆ ਹੈ ਉਹਦੇ ਤੱਤਸਾਰ ਨੂੰ ਪੇਸ਼ ਕਰਦੇ ਹੋਏ ਨਾਮ ਦੀ ਮਹਿਮਾ ਬਾਰੇ ਦੱਸਿਆ। ਕਿਉਂਕਿ ਕੋਈ ਵੀ ਆਪਾਂ ਧਾਰਮਿਕ ਸਥਾਨ 'ਤੇ ਜਾਈਏ ਜਾਂ ਕਿਸੇ ਵੀ ਧਰਮ ਦੀ ਇਤਿਹਾਸਿਕ ਜੋ ਆਇਤਾਂ ਨੇ, ਚਾਹੇ ਉਹਨਾਂ ਦੇ ਬਚਨ ਨੇ ਪੈਗੰਬਰਾਂ ਦੇ, ਉਹਨਾਂ ਨੂੰ ਆਪਾਂ ਪੜ੍ਹੀਏ, ਉਹਦੇ ਵਿੱਚ ਸਾਰੇ ਹੀ ਇੱਕੋ ਗੱਲ ਕਹਿ ਰਹੇ ਆ ਕਿ ਪਰਮਾਤਮਾ ਦੇ ਨਾਮ ਨੂੰ ਜਪੋ, ਵਾਹਿਗੁਰੂ ਦੇ ਨਾਮ ਨੂੰ ਸਿਮਰੋ। ਚਾਹੇ ਉਹ ਸਿਮਰਤੀਆਂ ਨੇ, ਚਾਹੇ ਉਹ ਵੇਦ ਆ, ਚਾਹੇ ਉਹ ਕਤੇਬ ਆ, ਚਾਹੇ ਪੋਥੀ ਸਾਹਿਬ ਆ, ਚਾਹੇ ਗੁਟਕਾ ਸਾਹਿਬ ਆ, ਉਹ ਨਾਮ ਤੋਂ ਬਿਨਾਂ ਬਾਕੀ ਸਾਰੀਆਂ ਗੱਲਾਂ ਨੂੰ ਕੂੜ ਦੱਸਦੇ ਆ। ਵੇਦਾਂ ਨੂੰ ਪੜ੍ਹ ਲਓ, ਸਿਮਰਤੀਆਂ ਨੂੰ ਪੜ੍ਹ ਲਓ। ਇਹ ਗੁਰੂ ਅਰਜਨ ਦੇਵ ਜੀ ਦੱਸ ਰਹੇ ਆ। ਸੂਹੀ ਮਹੱਲਾ ਪੰਜਵਾ, ਰਾਗ ਸੂਹੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਸਿਮਰਤ, ਵੇਦ, ਪੁਰਾਣ, ਪੁਕਾਰਨ, ਪੋਥੀਆਂ। ਸਿਮਰਤੀਆਂ ਹਨ, 4 ਵੇਦ ਨੇ, ਬਹੁਤ ਸਾਰੇ ਪੁਰਾਣ ਨੇ, ਬਹੁਤ ਤਰ੍ਹਾਂ ਦੀਆਂ ਪੋਥੀਆਂ ਨੇ।
ਇਹਨਾਂ ਨੂੰ ਪੜ੍ਹੋ ਤੇ ਇਹ ਪੁਕਾਰ ਕੇ ਇੱਕੋ ਗੱਲ ਕਹਿੰਦੀਆਂ ਨੇ, ਉੱਚੀ ਉੱਚੀ ਪੁਕਾਰਦੀਆਂ ਨੇ। ਇਹੀ ਇਹਨਾਂ ਦੇ ਵਿੱਚੋਂ ਆਵਾਜ਼ ਆਉਂਦੀ ਆ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਮ ਬਿਨਾ, ਨਾਮ ਤੋਂ ਬਿਨਾ ਸਭ ਕੂੜ, ਸਾਰੀਆਂ ਚੀਜ਼ਾਂ ਨਾਸਵੰਤ, ਇੱਕ ਟਕਾ ਵੀ ਉਹਨਾਂ ਦਾ ਮੁੱਲ ਨਹੀਂ, ਗਾਲੀ ਹੋਛੀਆਂ। ਨਾਮ ਤੋਂ ਬਿਨਾ ਬਾਕੀ ਜੋ ਕੁਝ ਇਨਸਾਨ ਕਰਦਾ, ਉਹ ਅਵਰ ਕਾਜ ਤੇਰੇ ਕਿਤੇ ਨਾ ਕਾਮ। ਉਹ ਵਾਹਿਗੁਰੂ ਦੇ ਦਰਬਾਰ ਵਿੱਚ ਕੰਮ ਆਉਣ ਵਾਲੇ ਨਹੀਂ ਹੈਗੇ ਉਹ ਕਰਮ, ਨਾਮ ਤੋਂ ਬਿਨਾ ਜੋ ਕੀਤੇ ਜਾਂਦੇ ਆ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ। ਨਾਮ ਖਜ਼ਾਨਾ ਹੈ, ਇੱਕ ਅਪਾਰ ਖਜ਼ਾਨਾ, ਜਿਹੜਾ ਭਗਤਾਂ ਦੇ ਮਨ ਦੇ ਵਿੱਚ ਵਸਿਆ ਹੋਇਆ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਜਨਮ ਮਰਨ ਹੋਵੇ ਚਾਹੇ ਮੋਹ ਹੋਵੇ, ਇਹ ਦੁੱਖ ਹੀ ਆ। ਇਹ ਸਾਧ ਸੰਗਤ ਵਿੱਚ ਆ ਕੇ ਭੱਜਦੇ ਆ, ਦੂਰ ਹੁੰਦੇ ਆ ਇਹ ਵਾਲੇ ਦੁੱਖ। ਜਨਮ ਮਰਨ ਮੋਹ ਦੁੱਖ, ਜਨਮ ਲੈਣਾ ਵੀ ਦੁੱਖ ਆ, ਉਦੋਂ ਬਾਅਦ ਵਾਰ-ਵਾਰ ਮਰਨਾ, ਜਨਮ ਹੋਣਾ ਦੁੱਖ ਆ, ਮੋਹ ਵੀ ਦੁੱਖ ਆ। ਇਹ ਸਾਧੂ ਸੰਗ ਨਸੈ, ਸਤ ਸੰਗਤ ਵਿੱਚ ਆ ਕੇ ਦੁੱਖ ਦੂਰ ਹੁੰਦਾ। ਮੋਹੇ ਬਾਦ ਅਹੰਕਾਰ ਸਰ ਪਰ ਰੁੰਨਿਆ। ਹੰਕਾਰ ਵੀ ਇੱਕ ਵਿਕਾਰ ਆ, ਸਰ ਪਰ ਰੁੰਨਿਆ, ਜਿਹਦੇ ਵਿੱਚ ਪੂਰੀ ਤਰ੍ਹਾਂ ਮਨ ਭਿੱਜਿਆ ਹੋਇਆ। ਸੁੱਖ ਨ ਪਾਇਨ ਮੂਲ ਨਾਮ ਵਿਸ਼ੁੰਨਿਆ। ਇਸ ਕਰਕੇ ਇਹਨਾਂ ਚੀਜ਼ਾਂ ਕਰਕੇ ਇਨਸਾਨ ਦੇ ਮਨ ਨੂੰ ਟਿਕਾ ਨਹੀਂ ਹੈਗਾ। ਹਉਮੈ ਦੇ ਕਰਕੇ ਮੇਰੀ ਮੇਰੀ ਧਾਰ ਬੰਧਨ ਬੰਧਿਆ। ਮੇਰੀ ਮੇਰੀ ਕਰਕੇ ਬੰਧਨਾਂ ਵਿੱਚ ਇਨਸਾਨ ਬੱਝਿਆ ਹੋਇਆ ਹੈ। ਫਿਰ ਉਹ ਚੀਜ਼ ਨੇ ਇਹਨੂੰ ਇਤਨਾ ਜਕੜ ਲਿਆ, ਹੁਣ ਉਹਨੂੰ ਛੱਡਣਾ ਔਖਾ ਹੋ ਗਿਆ। ਜਿਹੜੀਆਂ ਚੀਜ਼ਾਂ ਨੂੰ ਮੇਰੀ ਮੇਰੀ ਕਰਕੇ ਆਖਿਆ ਸੀ, ਮੇਰੀ ਕਹਿਣ ਦੇ ਨਾਲ ਹੀ ਉਹਨਾਂ 'ਚ ਭਾਵੇਂ ਜਾਨ ਨਹੀਂ ਹੈਗੀ, ਪਰ ਉਹਨਾਂ ਨੇ ਬਿਨਾਂ ਦੰਦਾਂ ਤੋਂ ਹੀ ਇਨਸਾਨ ਨੂੰ ਕੱਟ ਲਿਆ। ਉਹਨਾਂ ਨੇ ਹੀ ਬਿਨਾਂ ਹੱਥਾਂ ਤੋਂ ਇਨਸਾਨ ਨੂੰ ਜਕੜ ਲਿਆ। ਕਿਸੇ ਚੀਜ਼ ਨੂੰ ਬਹੁਤ ਮੇਰ ਮੇਰ ਕਰਨ ਦੇ ਨਾਲ ਬੰਧਨਾਂ ਵਿੱਚ ਪੈ ਜਾਂਦਾ ਮਨੁੱਖ। ਬੰਧਨ ਬੰਧਿਆ ਮੇਰੀ ਮੇਰੀ ਧਾਰ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਨਰਕ ਤੇ ਸਵਰਗ ਬੰਦੇ ਦੇ ਅੰਦਰ ਹੈ। ਜਦੋਂ ਰੱਬ ਨੂੰ ਭੁੱਲ ਜਾਂਦਾ ਉਹ ਨਰਕ ਆ, ਰੱਬ ਦੀ ਯਾਦ ਆ ਗਈ ਉਹ ਸਵਰਗ ਆ। ਅਵਤਾਰ ਮਾਇਆ ਧੰਦਿਆ, ਵਾਰ-ਵਾਰ ਅਵਤਾਰ ਤੋਂ ਪਾਰ ਜਨਮ ਹੁੰਦਾ। ਤੇ ਇਹ ਧੰਦਿਆਂ ਕਰਕੇ ਹੀ ਸੋਧਤ ਸੋਧਤ ਸੋਧ ਤਤ ਵਿਚਾਰਿਆ। ਸੋਧ ਕੇ ਇੱਕ ਗੱਲ ਲੱਭੀ ਆ, ਤਤ ਕੱਢਿਆ, ਅਰਕ ਕੱਢਿਆ ਸੱਚ ਦਾ। ਉਹ ਕੀ ਆ? ਨਾਮ ਬਿਨਾਂ ਸੁੱਖ ਨਾਹੀਂ। ਨਾਮ ਤੋਂ ਬਿਨਾਂ ਸੁੱਖ ਨਹੀਂ। ਸੋਧਤ ਸੋਧਤ ਸੋਧ ਕੇ ਇੱਕ ਤੱਤ ਵਿਚਾਰਿਆ। ਇੱਕ ਤੱਤ ਵਿਚਾਰਿਆ, ਇੱਕ ਅਸਲ ਗੱਲ ਮਿਲੀ ਆ। ਨਾਮ ਬਿਨਾਂ ਸੁੱਖ ਨਾਹੀਂ। ਨਾਮ ਤੋਂ ਬਿਨਾਂ ਕੋਈ ਸੁੱਖ ਨਹੀਂ। ਸਰ ਪਰ ਤਾਰਿਆ। ਇਹਦੇ ਕਰਕੇ ਮਨੁੱਖ ਤਰਦਾ ਨਹੀਂ, ਇਹਦੇ ਬਿਨਾਂ ਮਨੁੱਖ ਸਰ ਪਰ ਹਾਰਿਆ, ਜਨਮ ਹਾਰ ਜਾਂਦਾ। ਆਵੇ ਜਾਏ ਅਨੇਕ, ਬਹੁਤ ਲੋਕ ਆਉਂਦੇ ਆ, ਬਹੁਤ ਲੋਕ ਚਲੇ ਜਾਂਦੇ ਆ, ਬਹੁਤ ਸਰੀਰ ਜਨਮ ਲੈਂਦੇ ਆ, ਬਹੁਤ ਕਬਰਾਂ ਨੂੰ ਜਾ ਰਹੇ ਆ, ਸ਼ਮਸ਼ਾਨ ਘਾਟ ਜਲਾਏ ਜਾ ਰਹੇ ਆ। ਆਵੇ ਜਾਹੇ ਅਨੇਕ ਮਰ ਜਨਮ ਤੇ, ਵਾਰ ਜਨਮ ਲੈਂਦੇ ਆ ਤੇ ਮਰਦੇ ਆ, ਫਿਰ ਜਨਮ ਲੈਂਦੇ ਆ। ਬਹੁਤ ਇਹ ਸਿਲਸਿਲਾ ਹੋ ਰਿਹਾ। ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਬਿਨਾਂ ਸੱਚ ਨੂੰ ਬੁੱਝਿਆਂ ਤੋਂ ਬਾਅਦ ਝਗੜਿਆਂ ਵਿੱਚ ਪੈ ਜਾਂਦੇ ਆ। ਬਿਨ ਬੂਝਿਆਂ ਤੋਂ, ਬਿਨ ਬੂਝੇ ਮਿਥਿਆ ਸਭ ਪਏ। ਬਿਨ ਬੂਝੇ ਮਿਥਿਆ ਸਭ ਪਏ।
ਤਾਂ ਝੂਠ ਦੇ ਵਿੱਚ ਉਹ ਲੱਗ ਜਾਂਦੇ ਆ। ਬਿਨਾਂ ਅਸਲ ਗੱਲ ਬੁੱਝੇ ਤੋਂ ਸਭ ਬਾਦ ਜੋਨੀ। ਬਾਦ ਦੇ ਅਰਥ ਆ ਝਗੜੇ, ਜੋਨੀ ਭਰਮ ਤੇ ਜੂਨਾਂ ਵਿੱਚ ਭਟਕਦੇ ਆ। ਜਿਨ ਕੋ ਭਏ ਦਇਆਲ, ਜਿਨ੍ਹਾਂ 'ਤੇ ਵਾਹਿਗੁਰੂ ਦਿਆਲ ਹੋ ਜਾਂਦਾ ਹੈ। ਤਿੰਨ ਸਾਧੂ ਸੰਗ ਭਇਆ, ਉਹਨਾਂ ਨੂੰ ਸਾਧੂਆਂ ਦਾ ਸੰਗ ਲੱਭ ਜਾਂਦਾ, ਮਿਲ ਜਾਂਦਾ। ਅੰਮ੍ਰਿਤ ਹਰਿ ਕਾ ਨਾਮ, ਸੰਗ ਲੱਭਣ ਤੋਂ ਬਾਅਦ ਅੰਮ੍ਰਿਤ ਹਰਿ ਕਾ ਨਾਮ, ਅੰਮ੍ਰਿਤ ਰੂਪੀ ਉਹਦਾ ਜਿਹੜਾ ਨਾਮ ਹੈ, ਤਿੰਨੀ ਜਨੀ ਜਪ ਲਿਆ। ਫਿਰ ਉਹਨੂੰ ਜਪ ਵੀ ਲੈਂਦੇ ਆ। ਉਹਦੇ ਜਿਹੜੇ ਜਨ ਆ ਉਹ ਜਪਣ ਲੱਗ ਜਾਂਦੇ ਆ। ਇਹ ਨਹੀਂ ਕਿ ਇਕੱਲਾ ਸਰਵਣੀ ਕਰਦੇ ਆ ਕਿ ਨਾਮ ਜਪਣਾ ਚਾਹੀਦਾ, ਇਕੱਲਾ ਪੜ੍ਹਦੇ ਆ ਕਿ ਨਾਮ ਜਪਣਾ ਚਾਹੀਦਾ। ਉਹ ਤੁਰ ਪੈਂਦੇ ਆ, ਉਹ ਰੁਕਦੇ ਨਹੀਂ, ਉਹ ਤੁਰ ਪੈਂਦੇ ਆ, ਸੁਣ ਕੇ ਤੁਰ ਪੈਂਦੇ ਆ। ਜੋ ਗੁਰੂ ਕਹਿੰਦਾ ਉੱਤੇ ਚੱਲ ਪੈਂਦੇ ਆ। ਖੋਜੇ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਤਿਸ ਹੈ। ਬੰਦਾ ਸੱਚ ਨੂੰ ਲੱਭਣ ਲਈ ਬਹੁਤ ਦੂਰ ਦੂਰ ਤੱਕ ਭਟਕਦਾ, ਪਰ ਜਿਸ ਬੁਝਾਏ ਆਪ, ਜਿਹਨੂੰ ਰੱਬ ਹੀ ਗੱਲ ਜਣਾ ਦੇਵੇ, ਬੁਝਾ ਦੇਵੇ, ਨੇੜਾ ਤਿਸ ਹੈ, ਉਹਨੂੰ ਮਹਿਸੂਸ ਨੇੜੇ ਹੀ ਹੋ ਜਾਂਦਾ ਰੱਬ ਆਪਣੇ ਦਿਲ 'ਚ, ਹੱਥਾਂ ਤੋਂ ਵੀ ਨੇੜੇ। ਨਹੀਂ ਬੰਦਾ ਇਹਨੂੰ ਬਾਹਰ ਹੀ ਲੱਭੀ ਜਾਂਦਾ ਸੁੱਖ ਨੂੰ। ਜਿਸ ਬੁਝਾਏ ਆਪ ਨੇੜਾ ਤਿਸ ਹੈ, ਇਹਨੂੰ ਆਪ ਉਹ ਬੁਝਾ ਦਿੰਦਾ, ਉਹ ਫਿਰ ਇੱਧਰ ਲੱਗ ਜਾਂਦਾ। ਵਿਸਰ ਨਾਹੀਂ ਦਾਤਾਰ, ਹੇ ਵਾਹਿਗੁਰੂ ਤੂੰ ਮੈਨੂੰ ਕਦੇ ਨਾ ਭੁੱਲੀ। ਦਾਤਾਂ ਦੇਣ ਵਾਲੇ ਦਾਤਾਰ, ਦਾਤਾਂ ਵੰਡਣ ਵਾਲੇ, ਸੂਰਜ ਚੰਨ ਨੂੰ ਬਣਾਉਣ ਵਾਲੇ ਵਾਹਿਗੁਰੂ। ਵਿਸਰ ਨਾਹੀਂ ਦਾਤਾਰ, ਤੂੰ ਮੈਨੂੰ ਕਦੇ ਨਾ ਭੁੱਲੇ। ਆਪਣਾ ਨਾਮ ਦੇਹੋ, ਮੈਨੂੰ ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਦਿਨੇ ਵੀ ਤੇ ਰਾਤ ਵੀ, ਦੁਪਹਿਰ ਵੀ ਤੇ ਸ਼ਾਮ ਵੀ, ਮੈਂ ਤੇਰੇ ਗੁਣ ਗਾਉਂਦਾ ਰਹਾਂ, ਨਾਨਕ ਚਾਹੋ ਇਹੋ। ਗਰਮੀ 'ਚ ਵੀ, ਸਰਦੀ 'ਚ ਵੀ, ਬਸੰਤ 'ਚ ਵੀ, ਪੱਤ ਝੜ ਦੇ ਵਿੱਚ ਵੀ, ਬਹਾਰ 'ਚ ਵੀ, ਮੌਸਮੇ ਫਿਜ਼ਾਂ ਦੇ ਵਿੱਚ ਵੀ, ਮੌਸਮੇ ਬਹਾਰ ਵਿੱਚ ਵੀ, ਪੱਤ ਝੜ ਦੇ ਵਿੱਚ ਵੀ, ਅੱਤ ਦੀ ਗਰਮੀ 'ਚ ਵੀ, ਅਤੇ ਬਾਰਿਸ਼ ਵਾਲੇ ਮੌਸਮ ਦੇ ਵਿੱਚ ਵੀ, ਅਤੇ ਅੱਤ ਦੀ ਸਰਦੀ ਵਿੱਚ ਵੀ, ਮੈਂ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਇਹ ਮੈਂ ਤੇਰੇ ਗੁਣ ਗਾਉਂਦਾ ਰਹਾਂ। ਇਹ ਅੱਜ ਦੇ ਹੁਕਮਨਾਮੇ ਦੀ ਵਿਚਾਰ ਹੈ। ਦੁਨੀਆ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਸਮੇਰ ਪਰਬਤ 'ਤੇ ਜਾਂਦੇ ਆ। ਲਗਾਤਾਰ ਇਹ ਵਿਚਾਰ ਆਪਾਂ ਸਾਂਝੀ ਕਰ ਰਹੇ ਹਾਂ। ਉੱਥੇ ਜਦੋਂ ਗੁਰੂ ਜੀ ਗਏ, ਬਹੁਤ ਸਾਰੇ ਨਾਥ ਇਕੱਠੇ ਹੋ ਕੇ ਆਏ। ਵਿਚਾਰ ਹੋ ਰਹੀ ਸੀ ਅਤੇ ਕੀ ਕੀਤਾ, ਇੱਕ ਨਾਥ ਸੀ ਉੱਥੇ, ਉਹਨੇ ਇੱਕ ਪਿਆਲਾ ਲਿਆ ਕੇ ਗੁਰੂ ਬਾਬਾ ਨਾਨਕ ਜੀ ਅਤੇ ਭਾਈ ਮਰਦਾਨਾ ਜੀ ਦੇ ਅੱਗੇ ਰੱਖ ਦਿੱਤਾ। ਆਖਿਆ ਇਹਨੂੰ ਛਕ ਲਵੋ, ਇਹਨੂੰ ਛਕ ਲਵੋ, ਕਿਉਂਕਿ ਉਹਦੇ ਵਿੱਚ ਸ਼ਰਾਬ ਸੀ। ਕਹਿਣ ਲੱਗੇ ਇਹਨੂੰ ਛਕੋਗੇ ਤੇ ਮਸਤੀ ਹੋ ਜਾਏਗੀ, ਮਸਤੀ ਹੋਵੇਗੀ, ਨਾਮ 'ਚ ਲਿਵ ਜੁੜ ਜੂਗੀ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਅਸਲ ਸ਼ਰਾਬ ਦੇ ਅਰਥ ਉਹਨਾਂ ਨੂੰ ਸਮਝਾਏ। ਪੁੱਛਿਆ ਤੁਸੀਂ ਸ਼ਰਾਬ ਕਿਵੇਂ ਕੱਢਦੇ ਹੋ? ਉਹ ਕਹਿੰਦੇ ਧਰਤੀ ਉੱਪਰ ਭੱਠੀ ਲਾ ਕੇ ਉਹਦੇ ਵਿੱਚ ਸੱਕ ਪਾ ਕੇ, ਜਿਹੜੇ ਪਦਾਰਥ ਨੇ ਜਿਨ੍ਹਾਂ ਤੋਂ ਤਿਆਰ ਹੁੰਦੀ ਆ ਉਹ ਪਾ ਕੇ, ਫਿਰ ਹੌਲੀ ਹੌਲੀ ਤੁਪਕਾ ਤੁਪਕਾ ਨਾਲੀ ਲਾ ਕੇ, ਅਤੇ ਇਹ ਅਸੀਂ ਤਿਆਰ ਕਰਦੇ ਹਾਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਮੈਂ ਇਹ ਸ਼ਰਾਬ ਜਿਹੜੀ ਆ, ਇਹ ਪਿਆਲਾ ਜਿਹੜਾ ਹੈ, ਇਹ ਨਹੀਂ ਪੀ ਸਕਦਾ, ਕਿਉਂਕਿ ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੁ ਧੱਕੇ ਖਾਏ। ਜਿਤ ਪੀਤੈ ਖਸਮ ਵਿਸਰੈ। ਇਹ ਸ਼ਰਾਬ ਉਹ ਆ ਜਿਹਨੂੰ ਪੀ ਕੇ ਬੰਦੇ ਨੂੰ ਆਪਦੀ ਸੋਝੀ ਨਹੀਂ ਰਹਿੰਦੀ, ਅਤੇ ਆਪਦਾ ਕੌਣ ਆ ਬੇਗਾਨਾ ਕੌਣ ਆ ਪਤਾ ਹੀ ਨਹੀਂ ਲੱਗਦਾ। ਇਹਨੂੰ ਪੀ ਕੇ ਰੱਬ ਭੁੱਲ ਜਾਂਦਾ। ਉਹ ਪਿਆਲਾ ਮੈਂ ਪੀ ਨਹੀਂ ਸਕਦਾ। ਸਾਡੇ ਕੋਲ ਜੋ ਹੈ ਉਹ ਕੋਈ ਹੋਰ ਢੰਗ ਦੀ ਸ਼ਰਾਬ ਆ, ਉਹ ਹੋਰ ਸੋਮ ਰਸ ਆ। ਉਹਦੇ ਬਾਰੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ। ਫਿਰ ਉਹਨਾਂ ਨੇ ਪਿਆਲਾ ਮੋੜਤਾ। ਕਹਿੰਦੇ ਨਹੀਂ, ਇਹ ਤੁਹਾਨੂੰ ਹੀ ਮੁਬਾਰਕ ਹੋ ਸਕਦਾ, ਸਿੱਖੀਜ਼ਮ ਦੇ ਵਿੱਚ, ਸਿੱਖੀ ਵਿੱਚ ਇਹ ਕਬੂਲ ਨਹੀਂ ਹੈਗਾ। ਫਿਰ ਉਹ ਇਸ ਤਰ੍ਹਾਂ ਸਿੱਧ ਕਹਿਣ ਲੱਗੇ, ਫਿਰ ਸਾਨੂੰ ਰਾਹ ਦਿਖਾਓ, ਕਿਉਂਕਿ ਸਾਨੂੰ ਲੱਗਦਾ ਇਹ ਛਕ ਕੇ
ਸਾਡੀ ਲਿਵ ਜੁੜਦੀ ਆ, ਅਸੀਂ ਜੁੜ ਜਾਂਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਉਹ ਤੁਹਾਡਾ ਭੁਲੇਖਾ ਹੀ ਆ। ਕਿਉਂ ਮਰੈ ਮੰਦਾ, ਉੱਥੇ ਫਿਰ ਇਹ ਬਾਣੀ ਉਚਾਰੀ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਉਹਨਾਂ ਨੇ ਰਬਾਬ ਵਜਾਈ ਆ, ਬਾਬੇ ਨੇ ਬਾਣੀ ਗਾਈ ਆ। ਕਿਉਂ ਮਰੈ ਮੰਦਾ, ਕਿਉਂ ਜੀਵੈ ਜੁਗਤ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਜਿਹੜੇ ਜੀਵਨ ਦੇ ਦੁੱਖ ਵਾਲੀ ਮੇਖ ਆ, ਇਹ ਕਿਵੇਂ ਪੁੱਟੀ ਜਾਂਦੀ ਹੈ। ਜੀਵਨ ਜੁਗਤ ਕੀ ਆ? ਪਹਿਲਾ ਸਵਾਲ ਕਿਹਾ ਉਹਨਾਂ ਨੇ, ਜੀਵਨ ਵਿੱਚ ਦੁੱਖ ਆ, ਜੀਵਨ ਵਿੱਚ ਪੀੜਾ ਹੈ, ਇਹ ਮੇਖ ਕਿਵੇਂ ਪੁੱਟੀ ਜਾਊਗੀ? ਦੁੱਖ ਵਾਲੀ ਜਿਹੜੀ ਸਰੀਰ 'ਚ ਚੁਭੀ ਹੋਈ ਆ, ਜੀਵਨ ਦਾ ਢੰਗ ਕਿਵੇਂ ਮਿਲੂਗਾ? ਉਹਨਾਂ ਨੂੰ ਕਹਿਣ ਲੱਗੇ ਕੰਨ ਪੜਾਏ, ਕੰਨ ਪੜਾਏ। ਉਹਨਾਂ ਦੇ ਕੰਨ ਪਾਟੇ ਹੋਏ ਸੀ, ਕੰਨ ਪਾਟੇ ਜੋਗੀ ਸੀ, ਵਿੱਚ ਮੁੰਦਰਾਂ ਪਾਈਆਂ ਸੀ। ਕੰਨ ਪੜਾਏ, ਕੰਨ ਪਾੜ ਕੇ ਨਹੀਂ ਹੋਣਾ, ਕਿਆ ਖਾਜੈ ਭੁਗਤ। ਕੰਨ ਪਾੜ ਕੇ ਦੂਜਿਆਂ ਦੇ ਘਰ ਵਿੱਚੋਂ ਮੰਗ ਮੰਗ ਕੇ ਖਾਣਾ ਖਾਣ ਦੇ ਨਾਲ ਕਦੇ ਵੀ ਭਗਤੀ ਆ ਜਿਹੜੀ ਪ੍ਰਵਾਨ ਨਹੀਂ ਹੋ ਸਕਦੀ, ਭਗਤੀ ਹੋ ਹੀ ਨਹੀਂ ਸਕਦੀ। ਕੰਨ ਪਾੜ ਕੇ, ਸਰੀਰ 'ਤੇ ਸਵਾਹ ਮਲ ਕੇ, ਗਲਾਂ 'ਚ ਖੋਪੜੀਆਂ ਪਾ ਕੇ ਮਰੇ ਵਿਅਕਤੀਆਂ ਦੀਆਂ, ਇਹ ਨਹੀਂ ਹੋ ਸਕਦਾ। ਜੋ ਤੁਸੀਂ ਕਰਦੇ ਹੋ ਸ਼ਰਾਬ ਪੀ ਕੇ, ਕਦੇ ਬੰਦਗੀ ਨਹੀਂ ਹੋ ਸਕਦੀ। ਆਸਤ ਨਾਸਤ ਏਕੋ ਨਾਉ, ਆਸਤ ਨਾਸਤ ਇੱਕ ਪ੍ਰਮਾਤਮਾ ਹੀ ਆ ਜਿਹੜਾ ਹੁਣ ਵੀ ਆ, ਪਹਿਲਾਂ ਵੀ ਸੀ, ਤੇ ਨਾਸਤ ਕਦੇ ਵੀ ਨਾਸਵੰਤ ਨਹੀਂ ਹੋ ਸਕਦਾ, ਖਤਮ ਨਹੀਂ ਹੋ ਸਕਦਾ। ਏਕੋ ਨਾਉ, ਪਰਮਾਤਮਾ ਦਾ ਨਾਮ ਨਾ ਖਤਮ ਹੋਣ ਵਾਲੀ ਦਾਤ ਆ, ਸਿੱਧਾਂ ਨੂੰ ਕਿਹਾ। ਤੇ ਕੌਣ ਸੋ ਅੱਖਰ ਜਿਤ ਰਹਿ ਹਿਆਉ, ਹਿਆਉ ਦੇ ਅਰਥ ਆ ਹਿਰਦਾ। ਉਹ ਕਿਹੜਾ ਅੱਖਰ ਆ ਜਿਹਦੇ ਨਾਲ ਹਿਰਦਾ ਟਿਕ ਜਾਂਦਾ? ਕੌਣ ਸੋ ਅੱਖਰ, ਉਹ ਕਿਹੜਾ ਅੱਖਰ ਆ, ਉਹ ਕਿਹੜਾ ਵਾਕ ਆ, ਉਹ ਕਿਹੜਾ ਸ਼ਬਦ ਆ ਜਿਹਦੇ ਨਾਲ ਜਿਤ ਰਹਿ ਹਿਆਉ, ਭੱਜਿਆ ਹੋਇਆ ਮਨ ਰੁਕ ਜਾਂਦਾ ਹੈ। ਫਿਰ ਉਹ ਕਹਿਣ ਲੱਗੇ ਗੁਰੂ ਸਾਹਿਬ ਜੀ ਸਾਨੂੰ ਤਾਂ ਪਤਾ ਨਹੀਂ, ਸਾਨੂੰ ਤਾਂ ਸ਼ਰਾਬ ਦਾ ਹੀ ਪਤਾ ਵੀ ਇਹ ਇਵੇਂ ਨਿਕਲਦੀ ਆ, ਭੱਠੀ ਲਾ ਕੇ ਇਹ ਅਸੀਂ ਕੱਢ ਲੈਂਦੇ ਹਾਂ, ਪੀ ਲੈਂਦੇ ਹਾਂ ਅਤੇ ਬਹਿ ਜਾਂਦੇ ਹਾਂ ਅੱਖਾਂ ਮੀਟ ਕੇ, ਤੁਸੀਂ ਦੱਸੋ। ਫਿਰ ਗੁਰੂ ਸਾਹਿਬ ਜੀ ਨੇ ਬਹੁਤ ਸੋਹਣੇ ਬਚਨ ਕਹੇ ਆ, ਧੂਪ ਛਾਵ ਜੇ ਸਮ ਕਰ ਸਹਿ। ਧੁੱਪ ਤੇ ਛਾਂ ਨੂੰ ਜੇ ਬੰਦਾ ਇੱਕੋ ਜਿਹਾ ਮੰਨ ਲਵੇ, ਦੇਖਣ ਨੂੰ ਲੱਗਦਾ ਧੁੱਪ ਤੇ ਛਾਂ ਦੀ ਗੱਲ ਹੋ ਰਹੀ ਆ, ਪਰ ਇਹ ਤਾਂ ਆਖਰੀ ਅਰਥ ਆ। ਉਹ ਕਹਿ ਰਹੇ ਆ ਦੁੱਖ ਤੇ ਸੁੱਖ, ਦੁੱਖ ਤੇ ਸੁੱਖ ਨੂੰ ਕਹਿ ਰਹੇ ਆ। ਧੂਪ ਛਾਮ ਜੇ ਸਮ ਕਰ ਸਹਿ, ਤਾਂ ਨਾਨਕ ਆਖੈ ਗੁਰ ਕੋ ਕਹਿ। ਉਹੀ ਬੰਦਾ ਬੰਦਗੀ ਕਰ ਸਕਦਾ, ਉਹੀ ਗੁਰੂ ਗੁਰੂ ਜਪ ਸਕਦਾ ਜਿਹੜਾ ਧੁੱਪ ਤੇ ਛਾਂ ਨੂੰ ਇੱਕੋ ਜਿਹਾ ਮੰਨਦਾ। ਸਿੱਧਾਂ ਨੂੰ ਕਿਹਾ, ਬਹੁਤ ਡੂੰਘੀ ਗੱਲ ਕਹਿਤੀ। ਧੁੱਪ ਤੇ ਛਾਂ ਕੀ ਆ? ਦੁੱਖ ਤੇ ਸੁੱਖ, ਔਸਤਤ ਤੇ ਨਿੰਦਿਆ, ਸੋਭਾ ਤੇ ਆਪਣੀ ਘਟਾ ਕੇ ਗੱਲ ਕੋਈ ਕਰ ਰਿਹਾ, ਇਹਨੂੰ ਇੱਕੋ ਜਿਹਾ ਮੰਨਣਾ। ਸੋਭਾ ਕੀਤੇ ਤੋਂ ਵੱਡੇ ਨਹੀਂ ਹੋ ਜਾਣਾ, ਨਿੰਦਿਆ ਕੀਤੇ ਤੋਂ ਛੋਟੇ ਨਹੀਂ ਹੋ ਜਾਣਾ, ਸੁੱਖ ਆਏ ਤੋਂ ਪੈਰ ਨਹੀਂ ਛੱਡ ਦੇਣੇ, ਦੁੱਖ ਆਏ ਤੋਂ ਘਬਰਾਉਣਾ ਨਹੀਂ। ਇਹਨਾਂ ਨੂੰ ਇੱਕੋ ਹੀ ਸਮਝਣਾ। ਦੁੱਖ ਸੁੱਖ ਦੋਨਾਂ ਨੂੰ ਸਮ ਕਰ ਜਾਣਾ, ਇੱਕੋ ਜਿਹਾ ਹੀ ਸਮਝਣਾ। ਇਵੇਂ ਫਿਰ ਉਹ ਕਹਿਣ ਲੱਗੇ ਕਿਵੇਂ ਹੋ ਸਕਦਾ? ਦੁੱਖ ਦੁੱਖ ਆ, ਸੁੱਖ ਸੁੱਖ ਆ, ਬੰਦਾ ਦੁਖੀ ਕਿਉਂ ਹੁੰਦਾ? ਇਵੇਂ ਕਿਉਂ ਹੋ ਜਾਂਦਾ? ਦੁੱਖ ਦੁੱਖ ਆ, ਸੁੱਖ ਸੁੱਖ ਆ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਦੁੱਖ ਦੁੱਖ ਸੁੱਖ ਸੁੱਖ ਇੱਕੋ ਹੀ ਸਿੱਕੇ ਦੇ ਦੋ ਪਾਸੇ ਆ, ਫਰਕ ਇੰਨਾ ਹੀ ਆ। ਕਦੇ ਇੱਕ ਪਾਸਾ ਉੱਪਰ ਹੋ ਜਾਂਦਾ ਪਰ ਥੱਲੇ ਦੂਜਾ ਪਾਸਾ ਉਹਦੇ ਲੁਕਿਆ ਹੋਇਆ। ਕੋਈ ਸਿੱਕਾ ਹੱਥ ਵਿੱਚ ਫੜ ਲਓ ਤੁਸੀਂ, ਤਾਂ ਨੂੰ ਉੱਪਰ ਹੈਡ ਆ, ਤੇਲ ਉਹਦੇ ਥੱਲੇ ਹੀ ਆ, ਥੱਲੇ ਹੀ ਲੁਕਿਆ ਹੋਇਆ। ਸਿੱਕੇ ਦੇ ਦੋ ਪਾਸੇ ਹੁੰਦੇ ਆ ਤੇ ਥੱਲੇ ਹੀ ਉਹਦੇ ਲੁਕਿਆ ਹੋਇਆ। ਬੰਦੇ ਨੂੰ ਭੁਲੇਖਾ ਵੀ ਉੱਪਰ ਆ, ਇਹ ਹੁਣ ਇੱਦਾਂ ਹੀ ਰਹੂਗਾ, ਉਹ ਪਾਸੇ ਬਦਲਦੇ ਰਹਿੰਦੇ। ਜ਼ਿੰਦਗੀ ਸਾਨੂੰ ਛੋਟਿਆਂ ਤੋਂ ਵੱਡੇ ਕਰਕੇ, ਵੱਡਿਆਂ ਤੋਂ ਛੋਟੇ ਕਰਕੇ ਪਰਖਦੀ ਰਹਿੰਦੀ ਹੈ ਕਿ ਅਸੀਂ ਜ਼ਿੰਦਗੀ ਵਿੱਚ ਵੱਡੇ ਜਦੋਂ ਬਣਾਤਾ ਰੱਬ ਨੇ ਕਿ ਡੋਲਦੇ ਹਾਂ, ਛੋਟੇ ਜਦੋਂ ਹੋ ਗਏ ਕਿ ਘਬਰਾਉਂਦੇ ਹਾਂ। ਜ਼ਿੰਦਗੀ ਹਮੇਸ਼ਾ ਸਾਨੂੰ ਛੋਟਿਆਂ ਤੋਂ ਵੱਡੇ ਕਰਦੀ ਆ, ਵੱਡਿਆਂ ਤੋਂ ਛੋਟੇ ਕਰਦੀ ਆ, ਪਰਖਦੀ ਹੁੰਦੀ ਹੈ। ਇਹੀ ਇਮਤਿਹਾਨ ਹੁੰਦਾ। ਧੂਪ ਛਾਵ ਜੇ ਸਮ ਕਰ ਸਹਿ,
ਤਾਂ ਨਾਨਕ ਆਖੈ ਗੁਰ ਕੋ ਕਹਿ। ਜੇ ਸਿੱਧ ਜੀ, ਨਾਥ ਜੀ ਕੋਈ ਧੁੱਪ ਛਾਂ ਨੂੰ ਇੱਕੋ ਹੀ ਮੰਨ ਲਵੇ, ਫਿਰ ਉਹ ਗੁਰੂ ਗੁਰੂ ਜਪ ਸਕਦਾ। ਇਹ ਧੁੱਪ ਕਿਸੇ ਲਈ ਹੋਰ ਚੀਜ਼ ਆ, ਛਾਂ ਕਿਸੇ ਲਈ ਹੋਰ ਚੀਜ਼ ਆ, ਉਹ ਗੁਰੂ ਗੁਰੂ ਨਹੀਂ ਜਪ ਸਕਦਾ। ਇਹਦੇ ਨਾਲ ਹੀ ਮਿਲਦੀ ਮੈਂ ਕਹਾਣੀ ਇੱਕ ਪੜ੍ਹ ਰਿਹਾ ਸੀ। ਉਮਰੇ ਖਿਆਮ ਇੱਕ ਹੋਇਆ ਸੰਗੀਤਕਾਰ ਪਰ ਹੋਇਆ ਸੰਤ ਬਿਰਤੀ ਵਾਲਾ। ਉਮਰੇ ਖਿਆਮ ਕਹਿਣ ਲੱਗਾ, ਇੱਕ ਦਿਨ ਮੈਂ ਪਹਿਲਾਂ ਲੋਕਾਂ ਤੋਂ ਪੁੱਛਦਾ ਸੀ, ਲੋਕ ਭਟਕ ਕਿਉਂ ਜਾਂਦੇ ਆ, ਭਰਮਾਂ 'ਚ ਕਿਉਂ ਪੈ ਜਾਂਦੇ ਆ, ਲੋਕ ਭਟਕਦੇ ਕਿਉਂ ਆ। ਕਹਿੰਦੇ ਕਿਸੇ ਤੋਂ ਮੈਨੂੰ ਜਵਾਬ ਨਹੀਂ ਮਿਲਿਆ। ਇੱਕ ਦਿਨ ਮੈਂ ਤੁਰਿਆ ਜਾ ਰਿਹਾ ਸੀ, ਸੋਚਿਆ ਅਸਮਾਨ ਤੋਂ ਪੁੱਛਦਾ। ਇਹ ਸਾਰਿਆਂ ਵੱਲ ਇਹਦੀ ਨਿਗਾਹ ਹੁੰਦੀ ਹੈ, ਇਹ ਸਾਰਿਆਂ ਨੂੰ ਵੇਖਦਾ, ਥੱਲੇ ਕੌਣ ਭਟਕ ਰਿਹਾ ਕੌਣ ਨਹੀਂ ਭਟਕ ਰਿਹਾ, ਇਹਨੂੰ ਸਾਰਾ ਹੀ ਪਤਾ। ਅਸਮਾਨ ਦੇ ਵੱਲ ਅੱਖਾਂ ਕਰਕੇ ਤਾਂ ਉਹਨੂੰ ਕਹਿਣ ਲੱਗਾ, ਹੇ ਆਕਾਸ਼, ਹੇ ਅਸਮਾਨ, ਤੂੰ ਹੀ ਦੱਸ ਦੇ ਮੈਨੂੰ, ਲੋਕ ਭਟਕ ਕਿਉਂ ਜਾਂਦੇ ਆ, ਲੋਕ ਭਰਮਾਂ 'ਚ ਕਿਉਂ ਪੈ ਜਾਂਦੇ ਆ। ਤਾਂ ਇਹ ਤਾਂ ਉਹਨੇ ਅਸਮਾਨ ਤੋਂ ਪੁੱਛਿਆ ਅਤੇ ਵਾਹਿਗੁਰੂ ਪਰਮੇਸ਼ਰ ਨੇ ਫਿਰ ਉਹ ਵਿਧੀ ਜੀ ਬਣਾਈ ਅਤੇ ਕਹਿੰਦੇ ਇੱਕ ਅਲਾਹਮ ਹੋਇਆ, ਆਵਾਜ਼ ਆਈ ਆ। ਉਹ ਇੰਗਲਿਸ਼ ਦੇ ਵਿੱਚ ਹੀ ਆਈ ਅਤੇ ਜਿਹਦਾ ਅਨੁਵਾਦ ਸੀ ਬਿਕੋਜ਼ ਦੀ ਹੋਪ, ਉਮੀਦ ਕਰਕੇ, ਆਸ ਰੱਖ ਕੇ। ਆਸ ਰੱਖਣ ਕਰਕੇ ਬੰਦਾ ਭਟਕਦਾ ਹੈ। ਬੰਦਾ ਭਰਮਾਂ 'ਚ ਕਿਉਂ ਪੈਂਦਾ, ਇਨਸਾਨ ਇੰਨਾ ਭਟਕਦਾ ਕਿਉਂ ਆ। ਉਹ ਆਸ ਲਾਉਂਦਾ ਕਿ ਅੱਜ ਮੈਂ ਦੁੱਖ ਸਹਿ ਲੂੰਗਾ, ਅੱਜ ਦੁੱਖ ਤਾਂ ਸਹਿ ਲੂੰ ਕਿ ਕੱਲ੍ਹ ਨੂੰ ਮੈਨੂੰ ਸੁੱਖ ਮਿਲੂਗਾ। ਬੰਦਾ ਦੁੱਖ ਤਾਂ ਸਹਿ ਜਾਂਦਾ, ਅੱਜ ਆਪਾਂ ਦੁੱਖ ਤਾਂ ਸਹਿੰਦੇ ਵੀ ਕੱਲ੍ਹ ਨੂੰ ਚੱਲ ਸਾਨੂੰ ਸੁੱਖ ਮਿਲੂ। ਉਹ ਕਹਿੰਦੇ ਜਦੋਂ ਕੱਲ੍ਹ ਨੂੰ ਉਡੀਕਦਾ ਬੰਦਾ, ਉਦੋਂ ਖੁਆਰ ਹੁੰਦਾ। ਜੇ ਕੱਲ੍ਹ ਨੂੰ ਸੁੱਖ ਮਿਲਦਾ ਵੀ ਆ, ਉਹ ਸੁੱਖ ਮਿਲਣ ਸਾਰ ਹੀ ਦੁੱਖ ਬਣ ਜਾਂਦਾ। ਜਿਹੜੇ ਸੁੱਖ ਨੂੰ ਅਸੀਂ ਉਡੀਕ ਰਹੇ ਹੁੰਦੇ ਹਾਂ, ਉਹ ਸੁੱਖ ਮਿਲਣ ਸਾਰ ਹੀ ਪਤਾ ਲੱਗਦਾ ਇਹ ਵੀ ਸੁੱਖ ਨਹੀਂ, ਇਹ ਵੀ ਦੁੱਖ ਹੀ ਹੈ। ਇਹ ਚੀਜ਼ਾਂ ਸਾਰੀਆਂ ਬਾਣੀ ਵਿੱਚ ਦੱਸੀਆਂ ਹੋਈਆਂ। ਤਾਂ ਫਿਰ ਉਮਰੇ ਖਿਆਮ ਕਹਿੰਦਾ, ਲੋਕ ਤਾਂ ਭਟਕਦੇ ਆ, ਉਹਨਾਂ ਨੇ ਆਸ ਲਾਈ ਹੁੰਦੀ ਹੈ। ਆਸ ਆਪਾਂ ਲਾ ਲੈਂਦੇ ਹਾਂ, ਜਦੋਂ ਨਹੀਂ ਪੂਰੀ ਹੁੰਦੀ ਉਦੋਂ ਬੰਦਾ ਟੁੱਟ ਜਾਂਦਾ। ਆਸ ਤਾਂ ਟੁੱਟਦੀ ਹੋਈ ਆ, ਬੰਦਾ ਟੁੱਟਦਾ। ਤਾਂ ਹੀ ਕਵੀ, ਜਿਹੜੇ ਸਿਆਣੇ ਕਵੀ ਆ, ਉਹ ਕਹਿੰਦੇ ਇੱਥੇ ਬਹੁਤ ਚੀਜ਼ਾਂ ਨੇ ਜਿਹੜੀਆਂ ਟੁੱਟਦੀਆਂ ਨੇ ਪਰ ਉਹਨਾਂ ਦੀ ਆਵਾਜ਼ ਨਹੀਂ ਹੁੰਦੀ, ਪਰ ਉਹ ਟੁੱਟਦੀਆਂ ਬਹੁਤ ਜ਼ੋਰ ਨਾਲ। ਅਸੀਂ ਕੋਲ ਬੈਠੇ ਹੁੰਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ। ਲੋਕ ਜਿਹੜੇ ਵਿਚਾਰੇ ਕਈ ਵਾਰ ਦੁੱਖਾਂ ਨਾਲ ਇੰਨੇ ਟੁੱਟ ਜਾਂਦੇ ਆ, ਟੁੱਟਣ ਦੀ ਆਵਾਜ਼ ਤਾਂ ਨਹੀਂ ਆਉਂਦੀ ਪਰ ਅੰਦਰੋਂ ਬਹੁਤ ਟੁੱਟੇ ਹੁੰਦੇ। ਕੱਚ ਟੁੱਟੂਗਾ, ਗਲਾਸ ਥੱਲੇ ਡਿੱਗੂ, ਆਵਾਜ਼ ਆਊਗੀ, ਅਤੇ ਕਾਰ ਦਾ ਸ਼ੀਸ਼ਾ ਟੁੱਟੂ, ਆਵਾਜ਼ ਆਊਗੀ, ਖੜਕਾ ਹੋਊ। ਜਿਹੜੇ ਬੰਦੇ ਅੰਦਰੋਂ ਅੰਦਰ ਹੀ ਭੁਰ ਰਹੇ ਆ, ਟੁੱਟ ਰਹੇ ਆ, ਉਹਦੀ ਆਵਾਜ਼ ਨਹੀਂ ਹੁੰਦੀ। ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ, ਨਾ ਕਰ ਆਸ ਮੀਤ ਸੁਤ ਭਾਈ। ਬੰਦਾ ਭਾਵੇਂ ਆਪਾਂ ਸਾਰੇ ਆਸਾਂ ਲਾਉਂਦੇ ਹਾਂ, ਪਰ ਬਾਣੀ ਕਹਿੰਦੀ ਆਸ ਨਹੀਂ ਰੱਖਣੀ ਚਾਹੀਦੀ। ਅਤੇ ਵਾਹਿਗੁਰੂ ਜੋ ਕਰਦਾ ਉਹਨੂੰ ਠੀਕ ਮੰਨਣਾ ਚਾਹੀਦਾ, ਜੋ ਕਰ ਰਿਹਾ ਉਹ ਰਜਾ ਵਿੱਚ ਰਹਿਣਾ ਚਾਹੀਦਾ। ਆਪਾਂ ਆਸਾਂ ਲਾਉਂਦੇ ਹਾਂ ਸਾਡਾ ਇਹ ਕਾਰਜ ਹੋਊਗਾ, ਨਹੀਂ ਹੋਇਆ ਉਹਦੀ ਮਰਜ਼ੀ ਨਹੀਂ ਸੀ, ਹੋ ਗਿਆ ਉਹਦੀ ਮਰਜ਼ੀ ਸੀ। ਹੋ ਗਿਆ ਕਾਰਜ ਪੂਰਾ, ਉਹਦੀ ਰਜਾ ਹੋਊਗੀ ਤਾਂ ਹੋ ਗਿਆ, ਨਹੀਂ ਹੋਇਆ ਉਹਦੀ ਮਰਜ਼ੀ ਨਹੀਂ ਹੋਣੀ। ਤਾਂ ਇਹ ਸਾਰੀਆਂ ਚੀਜ਼ਾਂ ਬਾਣੀ ਦੱਸਦੀ। ਤਾਂ ਨਾਥਾਂ ਨੂੰ ਮਹਾਰਾਜ ਨੇ ਬਿਠਾ ਲਿਆ ਅਤੇ ਸ਼ਰਾਬ ਦਿੱਤੀ ਪੀਣ ਨੂੰ, ਗੁਰੂ ਬਾਬਾ ਨੇ ਮੋੜਤੀ। ਕਹਿੰਦੇ ਨਹੀਂ, ਇਹ ਨਹੀਂ ਅਸੀਂ ਪੀਂਦੇ, ਅਸੀਂ ਕੀਰਤਨ ਹੀ ਛਕਦੇ। ਭਾਈ ਮਰਦਾਨਾ ਜੀ ਦੀ ਰਵਾ ਵੀ ਮੇਰੀ ਖੁਰਾਕ ਆ, ਕੀਰਤਨ ਹੀ ਮੇਰੀ ਖੁਰਾਕ ਆ। ਧੂਪ ਛਾਵ ਜੇ ਸਮ ਕਰ ਸਹਿ, ਧੁੱਪ ਅਤੇ ਛਾਂ ਨੂੰ ਇੱਕੋ ਜਿਹਾ ਮੰਨਣਾ। ਧੁੱਪ ਤੋਂ ਭਾਵ ਆ ਦੁੱਖ, ਛਾਂ ਤੋਂ ਭਾਵ ਆ ਸੁੱਖ। ਦੁੱਖ ਅਤੇ ਸੁੱਖ ਇੱਕੋ ਜਿਹੇ ਹੁੰਦੇ ਆ, ਜ਼ਿਆਦਾ ਇਹਨਾਂ 'ਚ ਫਰਕ ਨਹੀਂ ਹੁੰਦਾ। ਇੱਕੋ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਇਹਨੂੰ ਇਵੇਂ ਸਮਝੋ। ਉਹ ਕਹਿਣ ਲੱਗੇ ਸਮਝ ਨਹੀਂ ਆਈ, ਗੁਰੂ ਬਾਬਾ ਜੀ ਨਾਨਕ ਜੀ ਨੂੰ ਕਹਿੰਦੇ ਸਮਝ ਨਹੀਂ ਆ ਰਹੀ, ਬਹੁਤ ਗੱਲਾਂ, ਇਹ ਇੱਕ ਚੀਜ਼ ਹੋ ਹੀ ਨਹੀਂ ਸਕਦੀ। ਧੁੱਪ ਧੁੱਪ, ਛਾਂ ਛਾਂ। ਉਹ ਕਹਿੰਦੇ ਨਹੀਂ, ਸੁੱਖ ਸੁੱਖ, ਦੁੱਖ ਦੁੱਖ ਹੁੰਦਾ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੁਹਾਡੇ ਘਰ ਵਿੱਚ ਸੁੱਖ ਆ ਜਾਂਦਾ, ਦੁੱਖ ਦੂਰ ਨਹੀਂ ਹੁੰਦਾ, ਦਰਵਾਜ਼ੇ 'ਚ ਖੜ੍ਹਾ ਹੁੰਦਾ। ਜਦੋਂ ਦੁੱਖ ਘਰ ਵਿੱਚ ਹੁੰਦਾ, ਸੁੱਖ ਵੀ ਦੂਰ ਨਹੀਂ ਹੁੰਦਾ, ਉਹ ਵੀ ਦਰਵਾਜ਼ੇ 'ਚ ਹੀ ਖੜ੍ਹਾ ਹੁੰਦਾ। ਕਈ ਵਾਰੀ ਜਦੋਂ ਬਾਹਲਾ ਸੁੱਖ ਆ ਜਾਂਦਾ ਘਰ ਵਿੱਚ, ਉਦੋਂ ਸਾਨੂੰ ਲੱਗਦਾ ਕਿ ਬਾਕੀ ਸਾਰਾ ਕੁਝ
ਬਾਕੀ ਸਾਰਾ ਕੁਝ ਹੁਣ ਸਾਡਾ ਠੀਕ ਆ, ਹੁਣ ਅਸੀਂ ਇੱਦਾਂ ਹੀ ਇਹਨੂੰ ਬਣਾਈ ਰੱਖੀਏ, ਇੱਦਾਂ ਹੀ ਟਿਕਿਆ ਰਹੂ। ਪਰ ਉਹ ਟਿਕਦਾ ਨਹੀਂ। ਉਹ ਦਰਵਾਜ਼ੇ 'ਚ ਹੀ ਖੜਾ ਉਹਦਾ ਸਾਥੀ ਦੁੱਖ, ਉਹਨੇ ਆਉਣਾ ਹੀ ਆਉਣਾ। ਉਹ ਆ ਜਾਂਦਾ, ਫਿਰ ਦੁੱਖ ਆ ਜਾਂਦਾ। ਆਪਾਂ ਕਹਿੰਦੇ ਇਹਨੂੰ ਹੁਣ ਛੇਤੀ ਭਜਾਈਏ, ਦੁੱਖ ਨਾ ਰਵੇ। ਦੁੱਖ ਫਿਰ ਜਦੋਂ ਚਲਿਆ ਜਾਂਦਾ ਸੁੱਖ ਆ ਜਾਂਦਾ। ਇਹਨਾਂ ਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ। ਜੇ ਤੁਸੀਂ ਇਹਨਾਂ ਨੂੰ ਇੱਕੋ ਜਿਹਾ ਮੰਨ ਲਓਗੇ ਤਾਂ ਠੀਕ ਰਹੋਗੇ। ਜੇ ਇਹਨਾਂ ਨੂੰ ਕਹੋਗੇ ਦੋਨੋਂ ਅਲੱਗ-ਅਲੱਗ ਆ, ਫਿਰ ਤੁਸੀਂ ਪੈਰ ਵੀ ਛੱਡ ਜਾਓਗੇ, ਹੰਕਾਰ ਵੀ ਆ ਜੂ। ਕਿਉਂਕਿ ਤੁਹਾਨੂੰ ਜਦੋਂ ਸੁੱਖ ਮਿਲ ਗਿਆ, ਗੁਰੂ ਸਾਹਿਬ ਜੀ ਕਹਿੰਦੇ ਆਪਾਂ ਕਹਿਣਾ ਹੁਣ ਅਸੀਂ ਇੱਦਾਂ ਹੀ ਇਹਨੂੰ ਟਿਕਾ ਕੇ ਰੱਖੀਏ। ਟਿਕਣ ਵਾਲੀ ਚੀਜ਼ ਹੈ ਹੀ ਨਹੀਂ ਸੁੱਖ, ਇਹਨੇ ਚਲਿਆ ਜਾਣਾ। ਸਰੀਰ ਵੀ ਉੱਦਾਂ ਦੇ ਨਹੀਂ ਰਹਿਣੇ ਸਦਾ, ਬਿਮਾਰੀ ਵੀ ਬੰਦੇ ਨੂੰ ਲੱਗਦੀ ਆ, ਬਜ਼ੁਰਗੀ ਵੀ ਆਉਂਦੀ ਆ, ਕਾਲੇ ਕੇਸ ਵੀ ਉੱਦਾਂ ਦੇ ਨਹੀਂ ਰਹਿੰਦੇ ਸਦਾ, ਸਭ ਕੁਝ ਹੁੰਦਾ। ਤੇ ਧੂਪ ਸ਼ਾਮ ਜੇ ਸਮ ਕਰ ਸਹਿ, ਤਾਂ ਉਹ ਬੰਦਾ ਹੀ ਤਾਂ ਨਾਨਕ ਆਖੈ ਗੁਰ ਕੋ ਕਹਿ। ਗੁਰੂ ਗੁਰੂ ਜਪ ਸਕਦਾ, ਦੂਜਾ ਬੰਦਾ ਨਹੀਂ ਜਪ ਸਕਦਾ। ਜਿਹਨੂੰ ਸੁੱਖ ਬਹੁਤ ਲੱਗ ਰਿਹਾ ਉਹਦੇ ਲਈ ਉੱਠਣਾ ਬਹੁਤ ਔਖਾ। ਜਿਹੜੇ ਬੱਚੇ ਹੁਣ ਨੌਜਵਾਨ ਆ, ਜਿਹੜੀ ਇਹ ਹੁਣ ਜਨਰੇਸ਼ਨ ਆ ਰਹੀ ਆ, ਉਹ ਗੁਰਦੁਆਰਾ ਸਾਹਿਬ ਕਿਉਂ ਨਹੀਂ ਇਤਨਾ ਆਉਂਦੇ ਹੈਗੇ। ਅਤੇ ਜਿਹੜੇ ਪੁਰਾਣੇ ਬਜ਼ੁਰਗ ਸੀ ਜਾਂ ਤੁਸੀਂ ਸਾਰੇ ਹੋ, ਫਿਰ ਵੀ ਆਪਾਂ ਨਤਮਸਤਕ ਹੋਣ ਲਈ ਆਉਂਦੇ ਹਾਂ। ਉਹਦਾ ਕਾਰਨ ਕੀ ਆ? ਉਹ ਬੱਚੇ ਸੌਖੀ ਜ਼ਿੰਦਗੀ ਭਾਲਦੇ ਆ। ਜਦੋਂ ਬੰਦਾ ਬਹੁਤ ਸੁੱਖ ਭਾਲਦਾ, ਉਹਨੂੰ ਉੱਠਣਾ ਔਖਾ ਹੋ ਜਾਂਦਾ, ਉਹ ਉੱਠ ਨਹੀਂ ਸਕਦੇ ਟਾਈਮ ਨਾਲ। ਜਦੋਂ ਬੰਦਾ ਇੰਨਾ ਸੁੱਖ ਭਾਲੂਗਾ, ਉੱਠਣਾ ਔਖਾ ਹੋ ਜਾਂਦਾ। ਉੱਠਣਾ ਔਖਾ ਹੋ ਗਿਆ ਅਤੇ ਫਿਰ ਉਹ ਸੁੱਖ ਕਾਹਦਾ? ਜਦੋਂ ਆਪਾਂ ਗੁਰੂ ਦੇ ਦਰਸ਼ਨ ਹੀ ਨਹੀਂ ਕਰ ਸਕਦੇ, ਆਪਣੇ ਗੁਰੂ ਦੇ ਦਿਨ 'ਚ ਇੱਕ ਵਾਰ ਨਹੀਂ ਕਰ ਸਕਦੇ, ਤਾਂ ਉਹ ਸੁੱਖ ਬੰਦੇ ਨੂੰ ਡੋਬ ਦਿੰਦੇ ਆ। ਲੋਕ ਡੁੱਬੇ ਵੀ ਆ, ਹਜੇ ਦੁੱਖਾਂ ਨਾਲ ਨਹੀਂ ਡੁੱਬੇ ਲੋਕ, ਸੁੱਖਾਂ ਨਾਲ ਡੁੱਬੇ ਆ। ਤਾਂ ਇਸ ਕਰਕੇ ਗੁਰੂ ਬਾਬਾ ਸਾਹਿਬ ਜੀ ਕਹਿੰਦੇ, ਛੇ ਵਰਤਾਰੇ ਵਰਤੇ ਪੂਤ, ਨਾ ਸੰਸਾਰੀ ਨਾ ਅਤੂਤ। ਕਹਿੰਦੇ ਤੁਸੀਂ 6 ਤਰ੍ਹਾਂ ਦੇ ਆਪਦੇ ਜਿਹੜੇ ਭਰਮ ਆ ਉਹਨਾਂ 'ਚ ਪਏ ਹੋਏ ਹੋ, ਵਰਤਾਰੇ ਵਰਤਾਉਂਦੇ ਹੋ 6 ਤਰੀਕਿਆਂ ਦੇ। ਉਹਨਾਂ ਨਾਥਾਂ ਨੂੰ ਆਖਿਆ, ਨਾ ਤਾਂ ਤੁਸੀਂ ਸੱਚੇ ਸੰਨਿਆਸੀ ਹੋ, ਨਾ ਤੁਸੀਂ ਸੱਚੇ ਪਰਿਵਾਰ ਵਾਲੇ, ਨਾ ਤਾਂ ਤੁਸੀਂ ਸੰਸਾਰੀ ਹੋ, ਨਾ ਤੁਸੀਂ ਨਿਰੰਕਾਰੀ, ਨਾ ਤਾਂ ਤੁਸੀਂ ਸੱਚੇ ਜੋਗੀ ਬਣ ਸਕੇ, ਨਾ ਸੱਚੇ ਪਰਿਵਾਰ ਵਾਲੇ ਬਣ ਸਕੇ। ਨਾਥਾਂ ਨੂੰ ਕਿਹਾ ਸੀ ਉੱਤੇ। ਅਤੇ ਨਾ ਸੰਸਾਰੀ ਨਾ ਅਤੂਤ, ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਜਿਹੜਾ ਘਰੇ ਰਹਿੰਦਾ ਆਪਦੇ ਪਰਿਵਾਰ 'ਚ, ਵਾਹਿਗੁਰੂ ਵਾਹਿਗੁਰੂ ਜਪਦਾ, ਖੇਤੀਬਾੜੀ ਕਰਦਾ, ਦੁਕਾਨ ਚਲਾਉਂਦਾ, ਆਟਾ ਗੁੰਨਦੀ, ਉਹ ਜਿਹੜੀ ਇੱਕ ਔਰਤ ਆ, ਬੀਬੀ ਹੈ, ਜੇ ਵਾਹਿਗੁਰੂ ਵਾਹਿਗੁਰੂ ਕਰ ਰਹੀ ਆ ਅਤੇ ਉਹਨੂੰ ਕੀ ਲੋੜ ਆ ਪਹਾੜਾਂ 'ਤੇ ਜਾ ਕੇ ਅੱਖਾਂ ਮੀਟਣ ਦੀ? ਉਹ ਤਾਂ ਘਰੇ ਬੈਠਿਆਂ ਸਹੁ ਪਾਈ ਹੈ, ਸਤਿਗੁਰ ਕੈ ਉਪਦੇਸ਼, ਨਾਨਕ ਘਰ ਬੈਠਿਆਂ ਸਹੁ ਪਾਈ ਹੈ। ਉਹ ਘਰੇ ਬੈਠਿਆਂ ਹੀ ਮੁਕਤ ਆ। ਜਿਹੜੇ ਆਪਾਂ ਲੋਕ ਆ ਪਰਿਵਾਰ ਵਾਲੇ, ਜਿਹੜੇ ਉਹ ਲੋਕ ਆ ਜਿਹੜੇ ਜੰਗਲਾਂ 'ਚ ਜਾ ਕੇ ਬੰਦਗੀ ਕਰਦੇ ਆ। ਗੁਰੂ ਸਾਹਿਬ ਜੀ ਨੇ ਸਾਨੂੰ ਅਹਿਮੀਅਤ ਵੱਧ ਦਿੱਤੀ ਆ ਬਾਣੀ। ਜਿਹੜੇ ਪਰਿਵਾਰ ਪਾਲਦੇ ਆ, ਉਹਦੇ ਵਿੱਚੋਂ ਆਪਾਂ ਲੰਗਰ ਚਲਾਉਂਦੇ ਆ, ਦੂਜਿਆਂ ਨੂੰ ਭੋਜਨ ਛਕਾਉਂਦੇ ਆ। ਹੁਣ ਉਹ ਜੋਗੀ ਜਿਹੜਾ ਬੈਠਾ ਉੱਥੇ, ਉਹ ਕਿਸੇ ਨੂੰ ਪ੍ਰਸ਼ਾਦਾ ਥੋੜ੍ਹੀ ਛਕਾ ਸਕਦਾ। ਉਹ ਤਾਂ ਆਪ ਕਿਸੇ 'ਤੇ ਡਿਪੈਂਡ ਹੋ ਗਿਆ। ਉਹਦੀ ਓਨੀ ਅਹਿਮੀਅਤ ਨਹੀਂ ਹੈਗੀ। ਹਾਂ, ਅਹਿਮੀਅਤ ਹੈ ਉਹਦੀ, ਪਰ ਉਹ ਥੋੜ੍ਹੀ ਆ। ਉਹ ਸਿਰਫ ਨਾਮ ਹੀ ਜਪ ਰਿਹਾ। ਕਿਰਤ ਕਰਨ ਵਾਲਾ ਬੰਦਾ ਲੰਗਰ ਵੀ ਚਲਾ ਰਿਹਾ, ਪਰਿਵਾਰ ਵੀ ਪਾਲ ਰਿਹਾ, ਨਾਮ ਵੀ ਜਪ ਰਿਹਾ। ਉਹ ਬਸ ਜੋਗੀ ਬੈਠਾ ਹੀ ਆ, ਉਹਨੇ ਹੋਰ ਨਹੀਂ ਕੁਝ ਕਰਨਾ। ਤਾਂ ਉਹਨਾਂ ਨਾਲੋਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਪਰਿਵਾਰ ਵਾਲੇ ਲੋਕ ਆ, ਆਪਾਂ ਬਾਣੀ ਨੂੰ ਤੱਤ ਸਾਰ ਉਹਦਾ ਸੋਧਤ ਸੋਧਤ ਸੋਧ ਤੱਤ ਵਿਚਾਰਿਆ, ਸਾਨੂੰ ਅਹਿਮੀਅਤ ਵੱਧ ਦਿੱਤੀ ਹੈ। ਬਸ ਇੰਨਾ ਹੀ ਕਰਨਾ ਪੈਣਾ। ਹਲ ਵਾਹੁੰਦਾ ਬੰਦਾ ਹੱਥਾਂ ਨਾਲ, ਦਿਲ 'ਚ ਉਹਦੀ ਯਾਦ ਹੋਵੇ। ਪੈਸੇ ਨਾ ਹੋਣ ਦਿਲ 'ਚ, ਪੈਸੇ ਹੋਣ ਜੇਬ 'ਚ ਹੋਣ। ਪੈਸੇ ਬੰਦੇ ਨੂੰ ਚਾਹੀਦੇ ਆ, ਕੋਈ ਕਾਰਜ ਬੰਦੇ ਦਾ ਹੁੰਦਾ ਨਹੀਂ। ਕੋਈ ਕਿਤਾਬ ਵੀ ਪੜ੍ਹਨੀ ਆਪਾਂ ਦੁਕਾਨ 'ਤੇ ਜਾ ਕੇ, ਭਾਈ ਨੰਦ ਲਾਲ ਸਾਹਿਬ ਜੀ ਦੀ ਕਿਤਾਬ ਲੈਣ ਜਾਣਾ, ਭਾਈ ਗੁਰਦਾਸ ਜੀ ਦੀ, ਦੁਕਾਨਦਾਰ ਪਹਿਲਾਂ ਕਹਿੰਦਾ ਪੈਸੇ ਰੱਖ ਫਿਰ ਦੇਊਂਗਾ। ਜਾਂ ਗੁਟਕਾ ਸਾਹਿਬ ਵੀ ਆਪਾਂ ਲੈਣਾ, ਕੋਈ ਵੀ ਚੀਜ਼ ਆ, ਮਾਇਆ ਚਾਹੀਦੀ ਹੈ। ਬੱਚਿਆਂ ਦੀਆਂ ਫੀਸਾਂ ਭਰਨੀਆਂ, ਰਾਸ਼ਨ ਲੈ ਕੇ ਆਉਣਾ, ਸਭ ਕੁਝ ਚਾਹੀਦਾ। ਪਰ ਉਹ ਜੇਬ 'ਚ ਹੋਵੇ, ਤੁਹਾਡੇ ਖਾਤਿਆਂ 'ਚ ਹੋਵੇ, ਜੀ ਸਦਕੇ ਹੋਵੇ, ਬਹੁਤਾ ਹੋਵੇ। ਰੱਬ ਸਭ ਨੂੰ ਬਹੁਤ ਦੇਵੇ, ਪਰ ਰੱਬ ਇਤਨਾ ਦੇਵੇ ਕਿ ਬੰਦੇ ਨੂੰ ਸਮਝ ਵੀ ਆਵੇ ਕਿ ਮਾਇਆ ਤੋਂ ਉੱਪਰ ਉਹਦਾ ਨਾਮ ਆ। ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ,
ਨਾਨਕ ਚਾਓ ਇਹੋ। ਹੁਣ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਵੇਦਾਂ ਨੂੰ ਪੜ੍ਹ ਲਓ, ਇਹੀ ਇਹਦਾ ਮੂਲ ਭਾਵ ਸੀ। ਸਿਮਰਤੀਆਂ ਨੂੰ ਪੜ੍ਹ ਲਓ, ਕੁਰਾਨ ਸ਼ਰੀਫ ਲੈ ਆਓ, ਕੁਰਾਨ ਸ਼ਰੀਫ ਮਿਲ ਜਾਂਦੀ, ਪੰਜਾਬੀ ਵਿੱਚ ਮਿਲ ਜਾਂਦੀ, ਉਹਨੂੰ ਤੁਸੀਂ ਪੜ੍ਹ ਲਓ। ਵੇਦ ਵੀ ਮਿਲ ਜਾਂਦੇ ਹਨ, ਛੋਟੇ ਛੋਟੇ ਭਾਗ ਆ ਵੇਦਾਂ ਦੇ, ਛੋਟੇ ਰੂਪ 'ਚ ਉਹਨਾਂ ਨੇ ਪੰਜਾਬੀ 'ਚ ਬਣਾ ਤੇ, ਉਹ ਪੜ੍ਹ ਲਓ। ਧੰਮਪਦ ਗ੍ਰੰਥ ਪੜ੍ਹ ਲਓ, ਕੋਈ ਵੀ ਦੁਨੀਆ ਦੀ ਧਾਰਮਿਕ ਕਿਤਾਬ ਪੜ੍ਹ ਲਓ, ਉਹਦੇ ਵਿੱਚ ਇੱਕ ਗੱਲ ਹੀ ਲਿਖੀ ਆ, ਆਪਦੇ ਰੱਬ ਨੂੰ ਚੇਤੇ ਕਰੋ। ਉਹਦੇ ਵਿੱਚ ਬਸ ਇਹੀ ਲਿਖਿਆ, ਕੰਮ ਕਰੋ ਵਧੀਆ ਤਰੀਕੇ ਨਾਲ, ਕਿਸੇ ਦਾ ਦਿਲ ਨਾ ਤੋੜੋ, ਉੱਚਾ ਨਾ ਬੋਲੋ। ਉੱਚਾ ਬੋਲੋਗੇ ਤੁਸੀਂ, ਤੁਹਾਡਾ ਮਨ ਜਿਹੜਾ ਹੋਰ ਹੀ ਤਰ੍ਹਾਂ ਦਾ ਬਣ ਜਾਣਾ। ਉਹਦਾ ਮਨ ਤਾਂ ਹੋਣਾ ਹੀ ਹੈ ਜਿਹਨੇ ਸੁਣ ਲਿਆ, ਤੁਹਾਡਾ ਵੱਧ ਹੋਣਾ, ਤੁਸੀਂ ਹੋਰ ਹੀ ਤਰੀਕੇ ਦੀ ਜ਼ਿੰਦਗੀ ਹੋ ਜਾਣੀ ਹੈ। ਤਾਂ ਤੁਸੀਂ ਵਧੀਆ ਤਰੀਕੇ ਨਾਲ ਆਪਦੇ ਰੱਬ ਨੂੰ ਯਾਦ ਕਰੋ। ਬਸ ਪੈਸੇ ਤੁਹਾਡੇ ਕੋਲ ਹੋਣ, ਖਾਤਿਆਂ 'ਚ ਹੋਣ, ਜੇਬਾਂ 'ਚ ਹੋਣ, ਬਹੁਤ ਹੋਣ, ਜੀ ਸਦਕੇ ਹੋਣ, ਪਰ ਦਿਲ 'ਚ ਗੁਰੂ ਦੀ ਯਾਦ ਹੋਵੇ। ਜੇ ਪੈਸੇ ਦਿਲ 'ਚ ਆ ਗਏ, ਦਿਮਾਗ 'ਚ ਆ ਗਏ, ਫਿਰ ਕੰਮ ਖਰਾਬ ਆ। ਪੈਸੇ ਜੇਬ 'ਚ ਆ, ਬਹੁਤ ਵਧੀਆ ਗੱਲ। ਇਹ ਬਾਣੀ ਸਾਨੂੰ ਅੱਜ ਦਾ ਹੁਕਮਨਾਮਾ ਇਹੀ ਆ। ਮਹਾਰਾਜ ਕਿਰਪਾ ਕਰਨ, ਜੋ ਆਪਾਂ ਵਿਚਾਰ ਕਰਦੇ ਹਾਂ ਉਹਨੂੰ ਅਮਲ ਵੀ ਕਮਾਈਏ। ਛੋਟੀ ਜਿਹੀ ਜ਼ਿੰਦਗੀ ਆ ਸਾਡੀ, 4 ਦਿਨਾਂ ਦੀ, ਬਹੁਤ ਸੋਹਣੇ ਤਰੀਕੇ ਨਾਲ ਜਿਉਈਏ। ਜੇ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ, ਦੁੱਖ ਕਦੇ ਨਾ ਦੇਈਏ। ਜੇ ਕਿਸੇ ਨੂੰ ਹਸਾ ਨਹੀਂ ਸਕਦੇ, ਕਦੇ ਰਵਾਈਏ ਨਾ। ਬਸ ਇਹੀ ਹੁੰਦੇ ਆ ਚੰਗੇ ਕਰਮਾਂ ਦੀ ਨਿਸ਼ਾਨੀ। ਵਾਹਿਗੁਰੂ ਕਹਿਣਾ ਸਭ ਤੋਂ ਵਧੀਆ ਕਰਮ ਆ, ਆਓ ਇਹ ਕਰਮ ਕਰਨਾ ਕਰੀਏ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ